ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਵਿੱਚ ਸੁਧਾਰ ਲਿਆਉਣ ਦੀ ਤਿਆਰੀ, ਇਮੀਗ੍ਰੇਸ਼ਨ ਮੰਤਰੀ ਨੇ ਦਿੱਤੀ ਜਾਣਕਾਰੀ। ਪ੍ਰਦਰਸ਼ਨ ਦੌਰਾਨ ਪੁਲਿਸ ਦਾ $3 ਮਿਲੀਅਨ ਦਾ ਖਰਚ, ਇੱਕ ਰਿਪੋਰਟ ਤੋਂ ਆਈ ਇਸ ਦੀ ਜਾਣਕਾਰੀ। ਫੋਰਡ ਵੱਲੋਂ ਆਪਣੀ ਨਵੀਂ ਕੈਬਨਿਟ ਦਾ ਐਲਾਨ, ਭਤੀਜੇ ਮਾਈਕਲ ਫੋਰਡ ਨੂੰ ਵੀ ਮਿਲੀ ਮਿਨਿਸਟਰੀ। ਲਾਜ਼ਮੀ ਵੈਕਸੀਨੇਸ਼ਨ ਤੇ ਟਰੂਡੋ ਦੀ ਸਫਾਈ, ਆਪਣੇ ਫੈਸਲੇ ਦਾ ਕੀਤਾ ਬਚਾਅ। ਇਮੀਗ੍ਰੇਸ਼ਨ ਵਿੱਚ ਸੁਧਾਰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਬਾਰੇ ਖੁਦ ਇਮੀਗ੍ਰੇਸ਼ਨ ਮੰਤਰੀ ਬੋਲਦੇ ਹੋਏ ਦਿਖਾਈ ਦਿੱਤੇ। ਉਹਨਾਂ ਵੱਲੋਂ ਇੰਟਰਵਿਊ ਦੌਰਾਨ ਕਈ ਗੱਲਾਂ ਦੀ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਵੱਲੋਂ ਖਾਸ ਤੌਰ ਦੇ ਉੱਪਰ ਉਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ, ਉਹਨਾਂ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਜਿਹੜੇ ਇਮੀਗ੍ਰੇਸ਼ਨ ਨਾਲ ਜੁੜੇ ਹੋਏ ਨੇ ਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਵਿੱਚ ਸੁਧਾਰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਕਿਹੜੀਆਂ ਗੱਲਾਂ ਨੇ, ਕਿਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਗੱਲ ਕੀਤੀ ਗਈ, ਤੁਹਾਨੂੰ ਡਿਟੇਲ ਦੇਵਾਂਗੇ ਇਸ ਖਬਰ ਵਿੱਚ। ਇਮੀਗ੍ਰੇਸ਼ਨ ਵਿੱਚ ਸੁਧਾਰ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਮੀਗ੍ਰੇਸ਼ਨ ਮੰਤਰੀ ਵੱਲੋਂ ਦੱਸਿਆ ਗਿਆ ਕਿ ਕਿਹੜੀਆਂ ਚੀਜ਼ਾਂ ਵਿੱਚ ਸੁਧਾਰ ਲਿਆਉਣ ਦੀ ਹੁਣ ਵਿਭਾਗ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਨੇਡਾ ਸਰਕਾਰ ਵੱਲੋਂ ਇੱਕ ਬਿੱਲ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਇਮੀਗ੍ਰੇਸ਼ਨ ਮੰਤਰੀ ਇਕਨੋਮਿਕ ਗੋਲ ਦੇ ਆਧਾਰ ਤੇ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਸੱਦੇ ਦੇਣਗੇ। ਮੌਜੂਦਾ ਸਮੇਂ ਬਿੱਲ C-19 ਉੱਪਰ ਸੈਨੇਟ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੂੰ ਇਹ ਅਥਾਰਟੀ ਮਿਲ ਜਾਵੇਗੀ ਕਿ ਉਹ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਕੈਨੇਡਾ ਦੇ ਇਕਨੋਮਿਕ ਗੋਲ ਦੇ ਆਧਾਰ ਤੇ ਸੱਦੇ ਜਾਰੀ ਕਰ ਸਕਣ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਮੰਤਰੀ ਵੱਲੋਂ ਹੋਰ ਵੀ ਕੁਝ ਇਮੀਗ੍ਰੇਸ਼ਨ ਨਾਲ ਜੁੜੀਆਂ ਹੋਈਆਂ ਖਾਸ ਗੱਲਾਂ ਬਾਰੇ ਸਾਂਝ ਪਾਈ ਗਈ। ਉਹਨਾਂ ਵੱਲੋਂ ਇਸ ਦੌਰਾਨ ਐਕਸਪ੍ਰੈਸ ਐਂਟਰੀ ਦੇ ਸਾਰੇ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਗਿਆ, ਜਿਹੜੇ ਮੁੜ 6 ਜੁਲਾਈ ਤੋਂ ਐਲਾਨ ਕੀਤੇ ਜਾਣਗੇ। ਜੀ ਹਾਂ, ਜਿਹੜੇ ਵੱਡੇ ਡਰਾਅ ਉੱਪਰ ਇਮੀਗ੍ਰੇਸ਼ਨ ਵਿਭਾਗ ਵੱਲੋਂ ਕਰੋਨਾ ਦੌਰਾਨ ਰੋਕ ਲਗਾਈ ਗਈ ਸੀ, ਹੁਣ ਉਹ ਫੈਡਰਲ ਲੈਵਲ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ 6 ਜੁਲਾਈ ਤੋਂ ਮੁੜ ਐਲਾਨ ਕੀਤੇ ਜਾਣਗੇ। ਇਸ ਤੋਂ ਇਲਾਵਾ ਅਰਜ਼ੀਆਂ ਦੀ ਪ੍ਰੋਸੈਸਿੰਗ ਵਿੱਚ ਸੁਧਾਰ ਲਿਆਉਣ ਦੀ ਗੱਲ ਕਹੀ ਜਾ ਰਹੀ ਹੈ। ਕੈਨੇਡੀਅਨ ਸਿਟੀਜ਼ਨਸ਼ਿਪ ਫੀਸ ਨੂੰ ਲੈ ਕੇ ਚਰਚਾ ਕੀਤੀ ਗਈ। ਬਿਨਾਂ ਡਾਕੂਮੈਂਟ ਵਾਲੇ ਵਰਕਰਸ ਨੂੰ ਕੈਨੇਡਾ ਵਿੱਚ ਪੱਕੇ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਮੀਗ੍ਰੇਸ਼ਨ ਲੈਵਲਸ ਪਲਾਨ 2023 ਤੋਂ 2025 ਦੇ ਬਾਰੇ ਵੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਹੁਣ ਇਸ ਗੱਲ ਨੂੰ ਲੈ ਕੇ ਵੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਫੋਰਨ ਵਰਕਰਸ ਅਤੇ ਵਿਦਿਆਰਥੀਆਂ ਵਾਸਤੇ ਨਵੇਂ ਇਮੀਗ੍ਰੇਸ਼ਨ ਪਾਥਵੇਜ਼ ਲਿਆਂਦੇ ਜਾਣ। ਇਹਨਾਂ तमाम ਗੱਲਾਂ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਇੱਕ ਇੰਟਰਵਿਊ ਵਿੱਚ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਇਮੀਗ੍ਰੇਸ਼ਨ ਦੇ ਭਵਿੱਖ ਨੂੰ ਲੈ ਕੇ ਕੁਝ ਖਾਸ ਗੱਲਾਂ ਦੀ ਸਾਂਝ ਪਾਈ ਗਈ ਹੈ। ਇਹ ਵੀ ਦੱਸ ਦਈਏ ਕਿ ਲਗਾਤਾਰ ਇਮੀਗ੍ਰੇਸ਼ਨ ਵਿਭਾਗ ਇਸ ਗੱਲ ਨੂੰ ਲੈ ਕੇ ਜ਼ੋਰ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਉਹਨਾਂ ਵੱਲੋਂ ਪ੍ਰੋਸੈਸਿੰਗ ਵਿੱਚ ਸੁਧਾਰ ਲਿਆਉਣ ਦੇ ਵਾਸਤੇ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਫਿਲਹਾਲ ਵਿਭਾਗ ਕੋਲ ਕਾਫੀ ਜ਼ਿਆਦਾ ਬੈਕਲੌਗ ਇਕੱਠਾ ਹੋ ਚੁੱਕਿਆ ਹੈ। ਕੈਨੇਡਾ ਵਿੱਚ ਜਿਹੜੇ 2 ਵੱਡੇ ਪ੍ਰਦਰਸ਼ਨ ਹੋਏ, ਇਸ ਉੱਪਰ ਪੁਲਿਸ ਦਾ ਭਾਰੀ ਖਰਚ ਹੋ ਗਿਆ। ਆਟਵਾ ਵਿੱਚ ਜਿਹੜਾ ਪ੍ਰਦਰਸ਼ਨ ਹੋਇਆ ਤੇ ਐਲਬਰਟਾ ਵਿੱਚ ਜੋ ਪ੍ਰੋਟੈਸਟ ਦੇਖਣ ਨੂੰ ਮਿਲਿਆ, ਇਸ ਉੱਤੇ RCMP ਦਾ $3 ਮਿਲੀਅਨ ਦਾ ਖਰਚ ਆਇਆ, ਜਿਸ ਬਾਰੇ ਡਾਕੂਮੈਂਟਸ ਤੋਂ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ। ਸਰਦੀਆਂ ਦੌਰਾਨ ਆਟਵਾ ਤੇ ਐਲਬਰਟਾ ਵਿੱਚ ਜਿਹੜਾ ਪ੍ਰਦਰਸ਼ਨ ਹੋਇਆ, ਇਸ ਕਾਰਨ RCMP ਨੂੰ ਭਾਰੀ ਖਰਚਾ ਪਿਆ ਹੈ। RCMP ਨੂੰ ਇਸ ਕਾਰਨ ਮਿਲੀਅਨਸ ਵਿੱਚ ਖਰਚਾ ਸਹਿਣਾ ਪਿਆ, ਜਿਸ ਬਾਰੇ ਹੁਣ ਡਾਕੂਮੈਂਟਸ ਵਿੱਚ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਆਟਵਾ ਵਿੱਚ ਜਿਹੜੀ ਫ੍ਰੀडम ਰੈਲੀ ਕਰਵਾਈ ਗਈ, ਉਸ ਉੱਪਰ RCMP ਵੱਲੋਂ $1.6 ਮਿਲੀਅਨ ਖਰਚ ਕੀਤੇ ਗਏ ਨੇ। ਇਹਨਾਂ ਡਾਕੂਮੈਂਟਸ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਐਲਬਰਟਾ ਵਿੱਚ ਜਿਹੜਾ ਪ੍ਰਦਰਸ਼ਨ ਹੋਇਆ, ਉਸ ਵਿੱਚ $1.2 ਮਿਲੀਅਨ ਖਰਚ ਕੀਤੇ ਗਏ। ਕੁੱਲ ਮਿਲਾ ਕੇ RCMP ਵੱਲੋਂ ਇਹਨਾਂ 2 ਪ੍ਰਦਰਸ਼ਨਾਂ ਉੱਪਰ $3 ਮਿਲੀਅਨ ਦਾ ਖਰਚ ਕੀਤਾ ਗਿਆ। ਦੱਸ ਦਈਏ ਕਿ ਆਟਵਾ ਵਿੱਚ ਫ੍ਰੀडम ਰੈਲੀ ਹੋਈ ਸੀ, ਜਿੱਥੇ ਮੰਗ ਕੀਤੀ ਜਾ ਰਹੀ ਸੀ ਕਿ ਕਰੋਨਾ ਪੈਂਡੇਮਿਕ ਦੌਰਾਨ ਜਿਹੜੀਆਂ ਫੈਡਰਲ ਸਰਕਾਰ ਵੱਲੋਂ ਸਖਤ ਪਾਬੰਦੀਆਂ ਲਗਾਈਆਂ ਗਈਆਂ, ਉਹਨਾਂ ਨੂੰ ਵਾਪਸ ਲਿਆ ਜਾਵੇ। ਇਸ ਵਿੱਚ ਖਾਸ ਤੌਰ ਦੇ ਉੱਪਰ ਲਾਜ਼ਮੀ ਵੈਕਸੀਨੇਸ਼ਨ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਸੀ। ਕਾਫੀ ਦਿਨ ਇੱਥੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਇਕੱਠੇ ਰਹੇ। ਟਰੱਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਦਿਖਾਈ ਦਿੱਤੀਆਂ। ਇਸ ਪ੍ਰਦਰਸ਼ਨ ਵਿੱਚ ਜਿਹੜੇ ਪ੍ਰਦਰਸ਼ਨਕਾਰੀ ਪਹੁੰਚੇ ਹੋਏ ਸਨ, ਉਹਨਾਂ ਵੱਲੋਂ ਬਿਨਾਂ ਰੋਕ ਦੇ ਹਾਰਨ ਵਜਾਏ ਜਾ ਰਹੇ ਸਨ। ਹਾਲਾਂਕਿ ਬਾਅਦ ਵਿੱਚ ਪੁਲਿਸ ਇਸ ਪ੍ਰਦਰਸ਼ਨ ਨੂੰ ਖਤਮ ਕਰਵਾਉਣ ਵਿੱਚ ਕਾਮਯਾਬ ਰਹੀ। ਇਸ ਤੋਂ ਇਲਾਵਾ ਕੁਝ ਡਾਕੂਮੈਂਟਸ ਤੋਂ ਇਹ ਜਾਣਕਾਰੀ ਮਿਲੀ ਹੈ ਕਿ RCMP ਵੱਲੋਂ ਕਿੱਥੇ ਕਿੰਨਾ ਖਰਚ ਕੀਤਾ ਗਿਆ। ਹੋਟਲਸ ਤੋਂ ਜਿਹੜੀ ਜਾਣਕਾਰੀ ਮਿਲੀ, ਉਸ ਵਿੱਚ ਪਤਾ ਚੱਲਿਆ ਕਿ RCMP ਵੱਲੋਂ ਇਵੈਂਟਸ ਉੱਪਰ $2,34,995 ਖਰਚ ਕੀਤੇ ਗਏ। RCMP ਵੱਲੋਂ 75 ਹੌਟ ਬ੍ਰੇਕਫਾਸਟ ਬਫੇ ਮੀਲਸ ਉੱਪਰ $2,700 ਖਰਚ ਕੀਤੇ ਗਏ, ਜੋ ਕਿ ਹੋਟਲ ਤੋਂ ਹੀ ਜਾਣਕਾਰੀ ਮਿਲੀ ਹੈ। ਐਲਬਰਟਾ ਵਿੱਚ 29 ਜਨਵਰੀ ਤੋਂ 16 ਫਰਵਰੀ ਵਿਚਕਾਰ ਜਿਹੜਾ ਪ੍ਰਦਰਸ਼ਨ ਹੋਇਆ, ਇਸ ਦੌਰਾਨ ਵੀ ਪੁਲਿਸ ਵੱਲੋਂ ਖਰਚ ਕੀਤਾ ਗਿਆ
ਇੱਥੇ ਆਰਸੀਐਮਪੀ ਵੱਲੋਂ 1 ਮਿਲੀਅਨ ਤੋਂ ਵੱਧ ਖਰਚ ਕੀਤੇ ਗਏ। ਪ੍ਰੀਮੀਅਰ ਡਗਫੋਰਡ ਨੇ ਆਪਣੀ ਕੈਬਨਿਟ ਦਾ ਐਲਾਨ ਕਰ ਦਿੱਤਾ, ਜਿਸ ਵਿੱਚ ਕਈਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਕੁਝ ਪੁਰਾਣੇ ਚਿਹਰੇ ਵੀ ਇਸ ਕੈਬਨਿਟ ਵਿੱਚ ਜੋੜੇ ਗਏ ਨੇ ਤੇ ਕੁਝ ਨਵੇਂ ਚਿਹਰੇ ਵੀ ਹੁਣ ਇਸ ਕੈਬਨਿਟ ਦੇ ਰਾਹੀਂ ਸਾਹਮਣੇ ਆਏ ਨੇ। ਪੰਜਾਬੀਆਂ ਨੂੰ ਵੀ ਇਸ ਵਿੱਚ ਜ਼ਿੰਮੇਵਾਰੀ ਮਿਲੀ ਹੈ ਤੇ ਖਾਸ ਅਹੁਦਾ ਜਿਹੜਾ ਹੈ ਉਹ ਫੋਰਡ ਦੇ ਭਤੀਜੇ ਨੂੰ ਵੀ ਦਿੱਤਾ ਗਿਆ। ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਆਪਣੀ ਕੈਬਨਿਟ ਦਾ ਐਲਾਨ ਕਰ ਦਿੱਤਾ ਗਿਆ, ਜਿਸ ਵਿੱਚ ਕਈਆਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਕੈਬਨਿਟ ਦੇ ਵਿੱਚ ਪ੍ਰੀਮੀਅਰ ਡਗਫੋਰਡ ਦੇ ਭਤੀਜੇ ਮਾਈਕਲ ਫੋਰਡ ਨੂੰ ਵੀ ਮਿਨਿਸਟਰੀ ਮਿਲੀ ਹੈ। ਇਸ ਤੋਂ ਇਲਾਵਾ ਸਿਲਵੀਆ ਜੋਨਸ ਨੂੰ ਓਨਟਾਰੀਓ ਦੀ ਨਵੀਂ ਸਿਹਤ ਮੰਤਰੀ ਬਣਾਇਆ ਗਿਆ ਹੈ। ਜੀ ਹਾਂ, ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰ ਦਿੱਤਾ ਗਿਆ। 30 ਮੈਂਬਰੀ ਕੈਬਨਿਟ ਵਿੱਚ ਸਾਬਕਾ ਸੋਲਿਸਿਟਰ ਜਨਰਲ ਸਿਲਵੀਆ ਜੋਨਸ ਨੂੰ ਉਪ ਪ੍ਰੀਮੀਅਰ ਅਤੇ ਸਿਹਤ ਮੰਤਰੀ ਬਣਾਇਆ ਗਿਆ। ਬਹੁਤ ਸਾਰੇ ਸਾਬਕਾ ਕੈਬਨਿਟ ਮੰਤਰੀਆਂ ਨੂੰ ਵੀ ਉਹਨਾਂ ਦੇ ਪੁਰਾਣੇ ਮੰਤਰਾਲੇ ਹੀ ਦਿੱਤੇ ਗਏ ਨੇ, ਜਿਵੇਂ ਕਿ ਸਟੀਵਨ ਲੈਚੇ ਸਿੱਖਿਆ ਮੰਤਰੀ ਹਨ ਅਤੇ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਪੀਟਰ ਕੋਲ ਹੀ ਰਹਿਣ ਦਿੱਤੀ ਗਈ ਹੈ। ਕੈਰੋਲੀਨ ਨੂੰ ਇੱਕ ਵਾਰ ਫਿਰ ਤੋਂ ਟਰਾਂਸਪੋਰਟ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸਟੀਵ ਮਿਊਨਿਸਪਲ ਅਫੇਅਰਸ ਐਂਡ ਹਾਊਸਿੰਗ ਮਿਨਿਸਟਰ ਰਹਿਣਗੇ। ਮੌਂਟੀ ਮੈਕਨੋਟਨ ਲੇਬਰ ਮਿਨਿਸਟਰ ਬਣੇ ਰਹਿਣਗੇ। ਇਸ ਤਰ੍ਹਾਂ ਵਿਕ ਆਰਥਿਕ ਵਿਕਾਸ ਦਾ ਮੰਤਰਾਲਾ ਸੰਭਾਲਣਗੇ ਤੇ ਡਗ ਡਿਓਨੀ ਫਿਰ ਤੋਂ ਅਟਾਰਨੀ ਜਨਰਲ ਰਹਿਣਗੇ। ਇਸ ਤੋਂ ਇਲਾਵਾ ਪ੍ਰੀਮੀਅਰ ਫੋਰਡ ਵੱਲੋਂ ਕੈਬਨਿਟ ਵਿੱਚ ਕੁਝ ਨਵੇਂ ਨਾਮ ਵੀ ਸ਼ਾਮਿਲ ਕੀਤੇ ਗਏ, ਜਿਸ ਵਿੱਚ ਫੋਰਡ ਦੇ ਭਤੀਜੇ ਮਾਈਕਲ ਦਾ ਵੀ ਨਾਮ ਸਾਹਮਣੇ ਆਇਆ। ਮਾਈਕਲ ਫੋਰਡ ਨੂੰ ਸਿਟੀਜ਼ਨਸ਼ਿਪ ਐਂਡ ਮਲਟੀਕਲਚਰਲਿਸਟ ਮਿਨਿਸਟਰੀ ਦਿੱਤੀ ਗਈ ਹੈ। ਨੀਲ ਲਮਸਡਨ ਨੂੰ ਮਿਨਿਸਟਰ ਫਾਰ ਟੂਰਿਜ਼ਮ, ਕਲਚਰ ਐਂਡ ਸਪੋਰਟਸ ਬਣਾਇਆ ਗਿਆ ਹੈ। ਸਾਬਕਾ ਕੈਬਨਿਟ ਵਿੱਚ ਲੀਜ਼ਾ ਕੋਲ ਟੂਰਿਜ਼ਮ ਮੰਤਰਾਲਾ ਸੀ, ਪਰ ਇਸ ਵਾਰੀ ਉਹਨਾਂ ਨੂੰ ਕੈਬਨਿਟ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਚਿਲਡਰਨ ਕਮਿਊਨਿਟੀ ਐਂਡ ਸੋਸ਼ਲ ਸਰਵਿਸਿਜ਼ ਮੰਤਰਾਲਾ ਮੈਰਿਨੀ ਕੋਲ ਰਹੇਗਾ। ਫੋਰਡ ਦੀ ਨਵੀਂ ਕੈਬਨਿਟ ਵਿੱਚ 7 ਔਰਤਾਂ ਹਨ, ਜਦਕਿ ਪਿਛਲੀ ਕੈਬਨਿਟ ਵਿੱਚ ਕੁੱਲ 9 ਔਰਤਾਂ ਸਨ। ਡੇਵਿਡ ਪਿਚੀਨੀ ਇਨਵਾਇਰਨਮੈਂਟ ਮਿਨਿਸਟਰ ਅਤੇ ਟੌਥ ਐਨਰਜੀ ਮਿਨਿਸਟਰ ਦੇ ਅਹੁਦੇ ਤੇ ਬਰਕਰਾਰ ਰਹਿਣਗੇ। ਇਹ ਜਿਹੜੇ ਨਵੇਂ ਚਿਹਰੇ ਸ਼ਾਮਿਲ ਕੀਤੇ ਗਏ, ਇਸ ਵਿੱਚ ਗ੍ਰੈਡਨ ਸਮਿਥ ਵੀ ਸ਼ਾਮਿਲ ਹਨ। ਗ੍ਰੈਡਨ ਨੂੰ ਜੰਗਲਾਤ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਹਿਲਾਂ ਇਹ ਮੰਤਰਾਲਾ ਗ੍ਰੈਗ ਕੋਲ ਸੀ। ਜਾਰਜ ਪੀਰੀ ਨੂੰ ਮਾਈਨਿੰਗ ਮਹਿਕਮਾ ਦਿੱਤਾ ਗਿਆ ਹੈ। ਫੋਰਡ ਦੀ ਇਸ ਕੈਬਨਿਟ ਵਿੱਚ ਕੁਝ ਮੰਤਰਾਲੇ ਨੂੰ ਛੋਟਾ ਕੀਤਾ ਗਿਆ ਤੇ ਕੁਝ ਦੀਆਂ ਜ਼ਿੰਮੇਵਾਰੀਆਂ ਵਧਾਈਆਂ ਗਈਆਂ ਨੇ। ਪ੍ਰਭਮੀਤ ਸਰਕਾਰੀਆ ਟ੍ਰੈਜਰੀ ਬੋਰਡ ਦੇ ਪ੍ਰੈਜ਼ੀਡੈਂਟ ਰਹਿਣਗੇ, ਪਰ ਇਸ ਦੇ ਨਾਲ ਹੀ ਉਹਨਾਂ ਨੂੰ ਐਮਰਜੈਂਸੀ ਮੈਨੇਜਮੈਂਟ ਅਤੇ ਪ੍ਰੋਕਿਉਰਮੈਂਟ ਦਾ ਵੀ ਕਾਰਜਭਾਰ ਦਿੱਤਾ ਗਿਆ ਹੈ। ਕਿੰਗਾ ਸੁਰਮਾ ਇਨਫਰਾਸਟ੍ਰਕਚਰ ਮੰਤਰੀ ਰਹਿਣਗੇ, ਪਰ ਨਾਲ ਹੀ ਉਹਨਾਂ ਨੂੰ ਸਰਕਾਰੀ ਰੀਅਲ ਏਸਟੇਟ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ। ਮਿਲਟਨ ਤੋਂ ਮੈਂਬਰ ਪਾਰਲੀਮੈਂਟ ਪ੍ਰਭ ਗਿੱਲ ਨੂੰ ਮਿਨਿਸਟਰ ਆਫ ਰੈਡ ਟੇਪ ਰਿਡਕਸ਼ਨ ਦੀ ਜ਼ਿੰਮੇਵਾਰੀ ਮਿਲੀ ਹੈ। ਲਾਜ਼ਮੀ ਵੈਕਸੀਨੇਸ਼ਨ ਤੇ ਐਮਰਜੈਂਸੀ ਐਕਟ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਫਾਈ ਦਿੱਤੀ ਗਈ। ਇੰਟਰਵਿਊ ਦੌਰਾਨ ਉਹਨਾਂ ਨੂੰ ਇਸ ਨਾਲ ਜੁੜੇ ਕਈ ਸਵਾਲ ਪੁੱਛੇ ਗਏ, ਜਿਸ ਦਾ ਜਵਾਬ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ। ਉਹਨਾਂ ਵੱਲੋਂ ਪਹਿਲਾਂ ਜਿਹੜੇ ਬਿਆਨ ਦਿੱਤੇ ਗਏ ਸੀ, ਉਸ ਤੋਂ ਬਾਅਦ ਹੁਣ ਸਫਾਈ ਦਿੰਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਹਨਾਂ ਮੁੱਦਿਆਂ ਉੱਪਰ ਦਿਖਾਈ ਦਿੱਤੇ ਨੇ ਵੀ ਸਵੀਕਾਰ ਕਰਨੇ ਚਾਹੀਦੇ ਹਨ, ਜਿਸ ਵਿੱਚ ਨੌਕਰੀ ਗਵਾਉਣਾ ਅਤੇ ਹੋਰ ਵੀ ਕਈ ਚੀਜ਼ਾਂ ਸ਼ਾਮਿਲ ਹਨ। ਤਾਜ਼ਾ ਇੰਟਰਵਿਊ ਦੇ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਹਿੰਦੇ ਨੇ ਕਿ ਇਹ ਉਹਨਾਂ ਦੀ ਮਰਜ਼ੀ ਸੀ। ਕੋਈ ਵੀ ਕਿਸੇ ਨੂੰ ਵੀ ਅਜਿਹਾ ਕੁਝ ਕਰਨ ਲਈ ਮਜਬੂਰ ਨਹੀਂ ਕਰ ਸਕਦਾ ਤੇ ਨਾ ਹੀ ਉਹ ਕਰਨਾ ਚਾਹੁੰਦੇ ਨੇ। ਜ਼ਿਕਰਯੋਗ ਹੈ ਕਿ ਫੈਡਰਲ ਚੋਣਾਂ ਦੌਰਾਨ ਲਾਜ਼ਮੀ ਵੈਕਸੀਨੇਸ਼ਨ ਦਾ ਮੁੱਦਾ ਬਹੁਤ ਖਾਸ ਰਿਹਾ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਇਸ ਮੁੱਦੇ ਨੂੰ ਲੈ ਕੇ ਓਟਵਾ ਵਿੱਚ ਜ਼ਬਰਦਸਤ ਰੋਸ ਪ੍ਰਦਰਸ਼ਨ ਵੀ ਹੋਇਆ। 4 ਸੂਬਿਆਂ ਵਿੱਚ ਅਮਰੀਕਾ ਨਾਲ ਲੱਗਦੀ ਸਰਹੱਦ ਦੀ ਘੇਰਾਬੰਦੀ ਵੀ ਇਸ ਪ੍ਰਦਰਸ਼ਨ ਦੌਰਾਨ ਕੀਤੀ ਗਈ। ਇਸ ਤੋਂ ਇਲਾਵਾ ਕੈਨੇਡਾ ਡੇ ਵੀਕਐਂਡ ਤੇ ਵੀ ਓਟਵਾ ਵਿੱਚ ਪ੍ਰਦਰਸ਼ਨ ਦੀ ਤਿਆਰੀ ਕੀਤੀ ਗਈ ਹੈ। ਭਾਵੇਂ ਫੈਡਰਲ ਸਰਕਾਰ ਨੇ ਇਸ ਹਫ਼ਤੇ ਜ਼ਿਆਦਾਤਰ ਕੋਵਿਡ-19 ਕਾਰਨ ਲਗਾਈਆਂ ਪਾਬੰਦੀਆਂ ਹਟਾ ਦਿੱਤੀਆਂ ਨੇ। ਦੱਸਿਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਵਾਲ ਪੁੱਛਿਆ ਗਿਆ ਕਿ ਓਟਵਾ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਵਾਸਤੇ ਉਹਨਾਂ ਵੱਲੋਂ ਜੋ ਟਿੱਪਣੀਆਂ ਕੀਤੀਆਂ ਗਈਆਂ ਸਨ, ਉਹ ਇਸ ਪ੍ਰਦਰਸ਼ਨ ਨੂੰ ਹੋਰ ਤਿੱਖਾ ਕਰਨ ਦਾ ਕਾਰਨ ਬਣੀਆਂ ਜਾਂ ਫਿਰ ਨਹੀਂ। ਇਸ ਦਾ ਜਵਾਬ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਿੱਤਾ ਗਿਆ। ਉਹਨਾਂ ਕਿਹਾ ਕਿ ਨਹੀਂ, ਮੈਂ ਹਮੇਸ਼ਾ ਹੀ ਤਿੱਖੀ ਬਿਆਨਬਾਜ਼ੀ ਅਤੇ ਨਫ਼ਰਤੀ ਭਾਸ਼ਾ ਦਾ ਵਿਰੋਧ ਕਰਾਂਗਾ। ਉਹਨਾਂ ਵੱਲੋਂ ਜ਼ੋਰ ਦੇ ਕੇ ਕਿਹਾ ਗਿਆ ਕਿ ਉਹਨਾਂ ਦੀਆਂ ਟਿੱਪਣੀਆਂ ਵੈਕਸੀਨ ਲਗਵਾਉਣ ਤੋਂ ਝਿਜਕਣ ਵਾਲਿਆਂ ਲਈ ਨਹੀਂ, ਸਗੋਂ ਜਾਣਬੁੱਝ ਕੇ ਵੈਕਸੀਨੇਸ਼ਨ ਖਿਲਾਫ ਗਲਤ ਤੇ ਝੂਠੀ ਜਾਣਕਾਰੀ ਫੈਲਾਉਣ ਵਾਲਿਆਂ ਲਈ ਸੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਮਰਜੈਂਸੀ ਐਕਟ ਬਾਰੇ ਵੀ ਗੱਲਬਾਤ ਕੀਤੀ ਗਈ। ਪ੍ਰਧਾਨ ਮੰਤਰੀ ਵੱਲੋਂ ਇੰਟਰਵਿਊ ਵਿੱਚ ਕਿਹਾ ਗਿਆ ਕਿ ਐਮਰਜੈਂਸੀ ਐਕਟ ਲਾਗੂ ਕਰਨ ਵਾਲਾ ਪ੍ਰਗਟਾਵੇ ਦੀ ਆਜ਼ਾਦੀ ਜਾਂ ਫਿਰ ਸ਼ਾਂਤਮਈ ਇਕੱਠ ਨੂੰ ਨਹੀਂ ਰੋਕਿਆ ਗਿਆ। ਉਹਨਾਂ ਕਿਹਾ ਕਿ ਜਦੋਂ ਸਰਕਾਰ ਨੂੰ ਸਪਸ਼ਟ ਹੋਇਆ ਕਿ ਉਹ ਇੱਕ ਗੈਰ ਕਾਨੂੰਨੀ ਘੇਰਾਬੰਦੀ ਸੀ, ਤਾਂ ਫਿਰ ਇਸ ਨੂੰ ਸੀਮਤ ਕਰਨ ਵਾਸਤੇ ਕਾਰਵਾਈ ਕੀਤੀ ਗਈ। ਟਰੂਡੋ ਨੇ ਵਿਰੋਧ ਪ੍ਰਦਰਸ਼ਨ ਖਤਮ ਕਰਨ ਵਾਸਤੇ ਆਪਣੇ ਫੈਸਲੇ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲਿਆਂ ਲਈ ਭਾਸ਼ਾ ਦੀ ਵਰਤੋਂ ਕੀਤੀ।
ਦੱਸ ਦਈਏ ਕਿ ਅਪ੍ਰੈਲ ਮਹੀਨੇ ਦੌਰਾਨ ਪਬਲਿਕ ਸੇਫਟੀ ਮਿਨਿਸਟਰ ਵੱਲੋਂ ਪੁਲਿਸ ਦੀ ਸਲਾਹ ਤੋਂ ਬਾਅਦ ਐਕਟ ਲਾਗੂ ਕੀਤਾ ਗਿਆ ਸੀ। ਪਿਛਲੀ ਗਰਮੀਆਂ ਚਾਕੂ ਦੀ ਜੋ ਇੱਕ ਘਟਨਾ ਸਾਹਮਣੇ ਆਈ ਸੀ, ਉਸ ਸੰਬੰਧੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਵਿਅਕਤੀ ਨੂੰ ਚਾਰਜ ਕੀਤਾ ਗਿਆ। ਇੱਕ ਵਿਅਕਤੀ ਵੱਲੋਂ ਦੂਸਰੇ ਵਿਅਕਤੀ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਚਾਕੂ ਲੱਗਣ ਕਾਰਨ ਵਿਅਕਤੀ ਦੀ ਜਾਨ ਚਲੀ ਗਈ ਸੀ। ਹੁਣ ਪੁਲਿਸ ਨੇ ਇਸ ਮਾਮਲੇ ਦੀ ਅਪਡੇਟ ਸਾਂਝੀ ਕੀਤੀ ਹੈ। ਪਿਛਲੇ ਗਰਮੀਆਂ ਵਿਸਲਰ ਤੋਂ ਜੋ ਇੱਕ ਸ਼ੁਰੇਬਾਜ਼ੀ ਦਾ ਮਾਮਲਾ ਸਾਹਮਣੇ ਆਇਆ ਸੀ, ਉਸ ਸੰਬੰਧੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ ਹੈ। ਇੱਥੇ ਇੱਕ ਵਿਅਕਤੀ ਵੱਲੋਂ ਦੂਸਰੇ ਵਿਅਕਤੀ ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਜਿਸ ਵਿਅਕਤੀ ਵੱਲੋਂ ਚਾਕੂ ਨਾਲ ਹਮਲਾ ਕੀਤਾ ਗਿਆ ਉਸ ਨੂੰ ਚਾਰਜ ਕੀਤਾ ਹੈ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ, ਜਿੱਥੇ ਉਹਨਾਂ ਵੱਲੋਂ ਚਾਰਜ ਕੀਤੇ ਗਏ ਵਿਅਕਤੀ ਦੀ ਪਹਿਚਾਣ ਵੀ ਜਨਤਕ ਕੀਤੀ ਹੈ। ਚਾਰਜ ਕੀਤੇ ਗਏ ਵਿਅਕਤੀ ਦਾ ਨਾਮ ਦੀਦਾਰ ਦੱਸਿਆ ਗਿਆ, ਜਿਸ ਦੀ ਉਮਰ 22 ਸਾਲ ਦੇ ਕਰੀਬ ਹੈ। ਇਸ ਵੱਲੋਂ 26 ਸਾਲਾ ਹੈਨਰੀ ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਸੀ। RCMP ਵੱਲੋਂ ਉਸ ਵੇਲੇ ਜੋ ਜਾਣਕਾਰੀ ਦਿੱਤੀ ਗਈ, ਉਸ ਮੁਤਾਬਕ ਇਹ ਮਾਮਲਾ 14 ਅਗਸਤ 2021 ਦੌਰਾਨ ਸਾਹਮਣੇ ਆਇਆ, ਜਿੱਥੇ ਇੱਕ ਵਿਅਕਤੀ ਤੇ ਚਾਕੂ ਨਾਲ ਜਦੋਂ ਹਮਲਾ ਕੀਤਾ ਗਿਆ ਤਾਂ ਉਸ ਨੂੰ ਜ਼ਖਮੀ ਹਾਲਤ ਵਿੱਚ ਵਿਸਲਰ ਮੈਡੀਕਲ ਕਲੀਨਿਕ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। 22 ਜੂਨ ਨੂੰ ਕਾਰਵਾਈ ਕਰਦਿਆਂ ਇਨਵੈਸਟੀਗੇਟਰਸ ਵੱਲੋਂ ਜੂਟੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਉੱਪਰ ਚਾਰजेस ਲਗਾਏ ਗਏ। ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ, ਪਰ ਇਸ ਦੀ ਵਧੇਰੇ ਜਾਂਚ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਜਿਹੜਾ ਫੈਸਲਾ ਸੁਣਾਇਆ ਗਿਆ, ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਨਾਲ ਡਿਪਟੀ ਪ੍ਰਾਈਮ ਮਿਨਿਸਟਰ ਫ੍ਰੀਲੈਂਡ ਵੀ ਮੌਜੂਦ ਸਨ, ਜਿਨ੍ਹਾਂ ਵੱਲੋਂ ਇਸ ਫੈਸਲੇ ਦੀ ਨਿੰਦਾ ਕੀਤੀ ਗਈ ਹੈ। ਇਸ ਫੈਸਲੇ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਿਆਨਕ ਕਹਿੰਦੇ ਨੇ ਤੇ ਇਸ ਬਾਰੇ ਐਨਡੀਪੀ ਲੀਡਰ ਜਗਮੀਤ ਸਿੰਘ ਵੀ ਬੋਲੇ ਨੇ। ਕੀ ਇਹ ਫੈਸਲਾ, ਕੀ ਇਹ ਪੂਰਾ ਮਾਮਲਾ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਜੋ ਫੈਸਲਾ ਸੁਣਾਇਆ ਗਿਆ, ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਬਿਆਨ ਸਾਹਮਣੇ ਆਇਆ। ਅਮਰੀਕੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਟਰੂਡੋ ਵੱਲੋਂ ਭਿਆਨਕ ਦੱਸਿਆ ਗਿਆ ਹੈ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕਿਸੇ ਵੀ ਔਰਤ ਨੂੰ ਆਪਣਾ ਗਰਭ ਰੱਖਣ ਵਾਸਤੇ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਦਰਅਸਲ ਅਮਰੀਕੀ ਸੁਪਰੀਮ ਕੋਰਟ ਵੱਲੋਂ ਗਰਭਪਾਤ ਬਾਰੇ ਜੋ ਇੱਕ ਫੈਸਲਾ ਸੁਣਾਇਆ ਗਿਆ, ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬੋਲਦਿਆਂ ਇਸ ਨੂੰ ਭਿਆਨਕ ਦੱਸਿਆ ਹੈ। ਅਮਰੀਕਾ ਦੀ ਉੱਚ ਅਦਾਲਤ ਵੱਲੋਂ ਗਰਭਪਾਤ ਕਰਵਾਉਣ ਦੇ ਅਧਿਕਾਰ ਨੂੰ ਸੰਵਿਧਾਨਕ ਮਾਨਤਾ ਦੇਣ ਵਾਲੇ 50 ਸਾਲ ਪੁਰਾਣੇ ਰੋ ਬਿਨਾਵ ਵੈਡ ਫੈਸਲੇ ਨੂੰ ਪਲਟ ਦਿੱਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਹੁਣ ਅਮਰੀਕਾ ਦੇ ਪ੍ਰੋਵਿੰਸਸ ਦੇ ਲੈਜਿਸਲੇਚਰ ਕੋਲ ਅਬੋਰਸ਼ਨ ਨੂੰ ਸੀਮਿਤ ਕਰਨ ਜਾਂ ਫਿਰ ਇਸ ਦੀ ਮੁਕੰਮਲ ਪਾਬੰਦੀ ਲਗਾਉਣ ਦਾ ਅਧਿਕਾਰ ਹੋਵੇਗਾ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕਿਸੇ ਵੀ ਸਰਕਾਰ, ਸਿਆਸਤਦਾਨ ਜਾਂ ਫਿਰ ਵਿਅਕਤੀ ਨੂੰ ਕਿਸੇ ਵੀ ਔਰਤ ਨੂੰ ਆਪਣਾ ਗਰਭ ਬਰਕਰਾਰ ਰੱਖਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੀ ਲਿਬਰਲ ਸਰਕਾਰ ਔਰਤਾਂ ਦੇ ਇਸ ਅਧਿਕਾਰ ਵਾਸਤੇ ਹਮੇਸ਼ਾ ਖੜੀ ਰਹੇਗੀ। ਜਿਸ ਵੇਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹਨਾਂ ਵਿਚਾਰਾਂ ਦੀ ਸਾਂਝ ਪਾਈ ਗਈ ਤਾਂ ਉਹਨਾਂ ਨਾਲ ਕੈਨੇਡਾ ਦੀ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਵੀ ਮੌਜੂਦ ਸਨ, ਜਿਨ੍ਹਾਂ ਵੱਲੋਂ ਅਮਰੀਕਾ ਦੇ ਸੁਪਰੀਮ ਕੋਰਟ ਦੇ ਫੈਸਲੇ ਦੀ ਨਿੰਦਾ ਕੀਤੀ ਗਈ ਹੈ। ਉਹਨਾਂ ਵੱਲੋਂ ਵੀ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਇਸ ਤੋਂ ਇਲਾਵਾ ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰਾਂ ਦਾ ਵੀ ਇਸ ਬਾਰੇ ਪੱਖ ਸਾਹਮਣੇ ਆਇਆ ਹੈ ਤੇ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਵੀ ਇਸ ਬਾਰੇ ਆਪਣਾ ਪ੍ਰਤੀਕਰਮ ਦਿੱਤਾ ਗਿਆ। ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਇਸ ਫੈਸਲੇ ਕਾਰਨ ਔਰਤਾਂ ਮਾਰੀਆਂ ਜਾਣਗੀਆਂ ਅਤੇ ਇਸ ਕਿਸਮ ਦੀ ਖਤਰਨਾਕ ਨੀਤੀਆਂ ਦੀ ਕੈਨੇਡਾ ਵਿੱਚ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। Today is a difficult day. The judgment coming out of the United States is an attack on women's freedom, and quite frankly, it's an attack on everyone's freedoms and rights. Let me be really, really clear. In Canada, we will always defend women's rights to choose and continue to work to expand access to the full range of reproductive and health and services across the country. But today, I think of those generations of women around the world and specifically in the United States who fought so hard to gain rights and continue to fight today to get more and more rights because there's still so much more work to do and are facing this devastating setback. It shows how much standing up and fighting for rights matters every day, that we can't take anything for granted, that we need to continue to stand strong to defend everybody's rights and freedoms in Canada and where we are here internationally, standing up internationally as well, which Canada will do, whether it's fighting for women's rights here in Africa or supporting people fighting for their rights in the United States and elsewhere. At my own visceral reaction when I learned the news, I was
even though we had some warning, I was just shocked and horrified and so worried, actually. So let me just say, as Canada's Deputy Prime Minister, as Canada's Finance Minister, as the MP for University Rosedale, I want all Canadian women and girls to hear from me that the right to choice, the right to an abortion, is a fundamental right. Feminists in our country fought for a long time to get that right, and it made the lives of women and girls so much better. And we will not let that right be undermined in any way here in our country. ਕਿਊਬਿਕ ਨੈਸ਼ਨਲ ਡੇ ਦੇ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਖਾਸ ਸੁਨੇਹਾ ਜਾਰੀ ਕੀਤਾ ਗਿਆ। ਉਹਨਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਜਿੱਥੇ ਉਹਨਾਂ ਵੱਲੋਂ ਕਿਊਬਿਕ ਦੇ ਲੋਕਾਂ ਦਾ ਤੇ ਕਿਊਬਿਕ ਸੂਬੇ ਦਾ ਜ਼ਿਕਰ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਊਬਿਕ ਨੈਸ਼ਨਲ ਡੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਉਹਨਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਹੈ ਜਿੱਥੇ ਉਹਨਾਂ ਵੱਲੋਂ ਕਿਊਬਿਕ ਦੀ ਮਹੱਤਤਾ ਅਤੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਦਾ ਜ਼ਿਕਰ ਕੀਤਾ। ਅੱਜ ਦਾ ਦਿਹਾੜਾ ਕਿਉਂ ਮਨਾਇਆ ਜਾਂਦਾ ਇਸ ਬਾਰੇ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੱਲ ਕਰਦੇ ਹੋਏ ਦਿਖਾਈ ਦਿੱਤੇ। ਉਹਨਾਂ ਵੱਲੋਂ ਇਸ ਮੌਕੇ ਕਿਹੜੇ ਵਿਚਾਰਾਂ ਦੀ ਸਾਂਝ ਪਾਈ ਗਈ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। Hello everyone and bonne fête nationale du Québec. Today I join millions of Quebecers to celebrate our community and heritage. Quebec has a unique culture, one that's rooted in history and in the French language, and it's one of our country's cornerstones. Today we celebrate Quebec's history and its future, too. A future where we all work together to fight climate change, build safer communities, advance reconciliation, and make life better for families. As we recognize Quebec's past, present, and future, Francophones are also celebrating Saint Jean-Baptiste Day. In small enclaves and large communities, French is spoken across this beautiful country. It remains a large part of our identity, and we will always defend and promote it. So on this special day, let's celebrate the unique culture of Quebec, let's recognize the important place of French in Canada, and let's acknowledge the millions of Quebecers and Francophones who make our country a better place. From my family to yours, Sophie and I are wishing you a wonderful Fête Nationale du Québec and a happy Saint Jean-Baptiste. ਡਾਕਟਰ ਟੀਮ ਨੂੰ ਇੱਕ ਵਾਰ ਫਿਰ ਤੋਂ ਨਿਯੁਕਤ ਕਰ ਦਿੱਤਾ ਗਿਆ ਹੈ। 3 ਸਾਲ ਵਾਸਤੇ ਉਹਨਾਂ ਨੂੰ ਅਹੁਦੇ ਦੇ ਉੱਪਰ ਲਗਾ ਦਿੱਤਾ ਗਿਆ ਤੇ ਨਾਲ ਹੀ ਉਹਨਾਂ ਦੀ ਤਨਖਾਹ ਵਿੱਚ ਵੀ ਵਾਅਦਾ ਕੀਤਾ ਗਿਆ। ਪਹਿਲਾਂ ਉਹਨਾਂ ਦੀ ਜਿਹੜੀ ਸਾਲਾਨਾ ਤਨਖਾਹ ਸੀ ਉਸ ਤੋਂ ਬਾਅਦ ਹੁਣ ਮੌਜੂਦਾ ਸਮੇਂ ਉਹਨਾਂ ਦੀ ਤਨਖਾਹ ਵਿੱਚ ਕਾਫੀ ਜ਼ਿਆਦਾ ਵਾਅਦਾ ਕਰ ਦਿੱਤਾ ਗਿਆ ਹੈ। ਕੈਨੇਡਾ ਦੀ ਟਾਪ ਡਾਕਟਰ ਥੈਰੇਸਾ ਟੇਮ ਦੀ ਮੁੜ ਤੋਂ ਨਿਯੁਕਤੀ ਕਰ ਦਿੱਤੀ ਗਈ ਹੈ। ਇਹਨਾਂ ਦੀ ਨਿਯੁਕਤੀ ਹੁਣ ਅਗਲੇ 3 ਸਾਲ ਵਾਸਤੇ ਹੈ ਤੇ ਨਾਲ ਹੀ ਉਹਨਾਂ ਦੀ ਤਨਖਾਹ ਵਿੱਚ ਵੀ ਵਾਅਦਾ ਕੀਤਾ ਗਿਆ। ਟੇਮ ਦੀ ਸਾਲਾਨਾ ਤਨਖਾਹ $2,65,000 ਤੋਂ ਵਧਾ ਕੇ $3,24,000 ਕਰ ਦਿੱਤੀ ਗਈ ਹੈ। ਡਾਕਟਰ ਟੀਮ ਨੂੰ ਕੋਰੋਨਾ ਵਾਇਰਸ ਦੇ ਹਾਲਾਤਾਂ ਦੌਰਾਨ ਕ੍ਰਿਟਿਸਿਜ਼ਮ ਦਾ ਸਾਹਮਣਾ ਵੀ ਕਰਨਾ ਪਿਆ। ਉਹਨਾਂ ਨੇ ਜੋ ਪੈਂਡੈਮਿਕ ਤੇ ਆਪਣਾ ਰਿਸਪੌਂਸ ਦਿੱਤਾ ਇਸ ਨੂੰ ਲੈ ਕੇ ਉਹਨਾਂ ਨੂੰ ਕ੍ਰਿਟਿਸਾਈਜ਼ ਕੀਤਾ ਗਿਆ। ਹੁਣ ਡਾਕਟਰ ਟੀਮ ਦੀ ਅਗਲੇ 3 ਸਾਲਾਂ ਵਾਸਤੇ ਦੁਬਾਰਾ ਤੋਂ ਨਿਯੁਕਤੀ ਕਰ ਦਿੱਤੀ ਗਈ ਹੈ। ਕੁਝ ਰਿਪੋਰਟਸ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਜਿਸ ਵਿੱਚ ਦੱਸਿਆ ਗਿਆ ਕਿ ਟੇਮ ਦੀ ਹੁਣ ਵੱਧ ਤੋਂ ਵੱਧ ਤਨਖਾਹ ਸਾਲਾਨਾ $3,24,000 ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਹਨਾਂ ਦੀ ਤਨਖਾਹ $2,65,000 ਸੀ। ਡਾਕਟਰ ਟੀਮ ਦੀ ਜੋ ਮੁੜ ਤੋਂ ਨਿਯੁਕਤੀ ਕੀਤੀ ਗਈ ਹੈ ਉਸ ਤੋਂ ਬਾਅਦ ਹੈਲਥ ਕੈਨੇਡਾ ਦਾ ਵੀ ਇਸ ਬਾਰੇ ਬਿਆਨ ਸਾਹਮਣੇ ਆਇਆ। ਉਹਨਾਂ ਵੱਲੋਂ ਇੱਕ ਸਟੇਟਮੈਂਟ ਵਿੱਚ ਕਿਹਾ ਗਿਆ ਕਿ ਡਾਕਟਰ ਟੀਮ ਆਪਣੀਆਂ ਜ਼ਿੰਮੇਵਾਰੀਆਂ ਬਿਹਤਰ ਢੰਗ ਨਾਲ ਨਿਭਾਉਣਗੇ ਤੇ ਉਹਨਾਂ ਨਾਲ ਅੱਗੇ ਕੰਮ ਕਰਨ ਵਾਸਤੇ ਉਹ ਤਿਆਰ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਡਾਕਟਰ ਟੀਮ ਵੱਲੋਂ 2017 ਤੋਂ ਹੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਜਾ ਰਹੀਆਂ ਹਨ। ਕੋਰੋਨਾ ਟੀਕੇ ਨੇ 20 ਮਿਲੀਅਨ ਦੇ ਕਰੀਬ ਜਾਨਾਂ ਬਚਾਈਆਂ। ਇਸ ਬਾਰੇ ਇੱਕ ਰਿਪੋਰਟ ਤੋਂ ਜਾਣਕਾਰੀ ਸਾਹਮਣੇ ਆਈ ਜਿੱਥੇ ਦੱਸਿਆ ਗਿਆ ਕਿ ਕੋਰੋਨਾ ਟੀਕੇ ਕਾਰਨ ਕਈ ਜਾਨਾਂ ਬਚ ਗਈਆਂ। ਇਹ ਵੀ ਗੱਲ ਕਹੀ ਗਈ ਕਿ ਜੇਕਰ ਟੀਕੇ ਨਾਲ ਜੁੜਿਆ ਹੋਇਆ ਟਾਰਗੇਟ ਪੂਰਾ ਹੋ ਜਾਂਦਾ ਤਾਂ ਹੋਰ ਵੀ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਇੱਕ ਸਟੱਡੀ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਜਿਸ ਵਿੱਚ ਪਤਾ ਚੱਲਿਆ ਕਿ ਕੋਰੋਨਾ ਵੈਕਸੀਨ ਨੇ 20 ਮਿਲੀਅਨ ਜ਼ਿੰਦਗੀਆਂ ਬਚਾਈਆਂ ਹਨ। ਇਹ ਜਾਣਕਾਰੀ ਕੋਰੋਨਾ ਦੇ ਪਹਿਲੇ ਸਾਲ ਬਾਰੇ ਸਾਂਝੀ ਕੀਤੀ ਗਈ ਹੈ। ਜੀ ਹਾਂ, ਰਿਸਰਚਰਸ ਵੱਲੋਂ ਜਿਹੜੀ ਰਿਪੋਰਟ ਜਾਰੀ ਕੀਤੀ ਗਈ ਉਸ ਵਿੱਚ ਪਤਾ ਚੱਲਿਆ ਕਿ 20 ਮਿਲੀਅਨ ਤੋਂ ਵੱਧ ਜ਼ਿੰਦਗੀਆਂ ਕੋਰੋਨਾ ਵੈਕਸੀਨ ਕਾਰਨ ਬਚਾਈਆਂ ਗਈਆਂ ਨੇ। ਜੇਕਰ ਇੰਟਰਨੈਸ਼ਨਲ ਟਾਰਗੇਟ ਪੂਰਾ ਹੋ ਜਾਂਦਾ ਤਾਂ ਫਿਰ ਹੋਰ ਵੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਸਨ। 8 ਦਸੰਬਰ 2020 ਦੌਰਾਨ ਸਭ ਤੋਂ ਪਹਿਲਾਂ ਇੰਗਲੈਂਡ ਵਿੱਚ ਇੱਕ ਕਲਰਕ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕੀਤੀ ਗਈ ਜਿਸ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵਿੱਚ ਇਹ ਟੀਕਾ ਲਗਾਉਣ ਦੀ ਸ਼ੁਰੂਆਤ ਹੋਈ।
12 ਮਹੀਨਿਆਂ ਦੌਰਾਨ 4.3 ਬਿਲੀਅਨ ਲੋਕਾਂ ਨੂੰ ਕੋਵਿਡ-19 ਵੈਕਸੀਨ ਲਗਾਈ ਗਈ। ਰਿਸਰਚਰਸ ਵੱਲੋਂ 185 ਦੇਸ਼ਾਂ ਤੋਂ ਅੰਕੜੇ ਦਾ ਇਸਤੇਮਾਲ ਕੀਤਾ ਗਿਆ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕੋਵਿਡ-19 ਵੈਕਸੀਨ ਕਾਰਨ ਭਾਰਤ ਵਿੱਚ 4.2 ਮਿਲੀਅਨ, US ਵਿੱਚ 1.9 ਮਿਲੀਅਨ, ਬ੍ਰਾਜ਼ੀਲ ਵਿੱਚ 1 ਮਿਲੀਅਨ, ਫਰਾਂਸ ਵਿੱਚ 6,31,000, ਯੂਨਾਈਟਿਡ ਕਿੰਗਡਮ ਵਿੱਚ 5,07,000 ਜ਼ਿੰਦਗੀਆਂ ਕੋਰੋਨਾ ਵੈਕਸੀਨ ਨਾਲ ਬਚਾਈਆਂ ਗਈਆਂ ਨੇ। ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜੇਕਰ 2021 ਦੌਰਾਨ ਵੈਕਸੀਨ ਦਾ ਟਾਰਗੇਟ ਪੂਰਾ ਹੋ ਜਾਂਦਾ ਤਾਂ ਫਿਰ 6 ਲੱਖ ਹੋਰ ਜ਼ਿੰਦਗੀਆਂ ਵੀ ਬਚਾਈਆਂ ਜਾ ਸਕਦੀਆਂ ਸਨ। ਹੁਣ ਚਾਹੇ ਵੱਖ-ਵੱਖ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਕਾਫੀ ਹੱਦ ਤੱਕ ਪ੍ਰਭਾਵ ਖਤਮ ਹੋ ਚੁੱਕਿਆ ਹੈ, ਪਰ ਫਿਰ ਵੀ ਵਿਸ਼ਵ ਸਿਹਤ ਸੰਗਠਨ ਲਗਾਤਾਰ ਇਸ ਗੱਲ ਨੂੰ ਲੈ ਕੇ ਜ਼ੋਰ ਦੇ ਰਿਹਾ ਹੈ ਕਿ ਪੈਂਡੇਮਿਕ ਅਜੇ ਖਤਮ ਨਹੀਂ ਹੋਇਆ। In many countries, all restrictions have been lifted and life looks much like it did before the pandemic. So, is it over? No, it's most certainly not over. I know that's not the message you want to hear, and it's definitely not the message I want to deliver. It's not over anywhere until it's over everywhere. Reported cases are increasing in almost 70 countries in all regions, and this is in a world in which testing rates have plummeted, and reported deaths are rising in my continent, the continent with the lowest vaccination coverage. This virus has surprised us at every turn. ਮੌਂਕੀਪੌਕਸ ਦਾ ਫੈਲਾਅ ਕਈ ਦੇਸ਼ਾਂ ਵਿੱਚ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਕੈਨੇਡਾ ਵਿੱਚ ਵੀ ਇਸ ਨਾਲ ਜੁੜੇ ਹੋਏ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਵਿਸ਼ਵ ਸਿਹਤ ਸੰਗਠਨ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਵਿਸ਼ਵ ਵਿੱਚ ਹੁਣ ਤੱਕ ਇਸ ਨਾਲ ਜੁੜੇ ਹੋਏ 3000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਮੌਂਕੀਪੌਕਸ ਵਾਇਰਸ ਦਾ ਫੈਲਾਅ ਕਈ ਦੇਸ਼ਾਂ ਵਿੱਚ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਹੁਣ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਵਾਇਰਸ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਪਹਿਲਾਂ ਦੇ ਮੁਕਾਬਲੇ ਇਸ ਵਾਇਰਸ ਦੇ ਮਾਮਲੇ ਕਈ ਦੇਸ਼ਾਂ ਵਿੱਚ ਫੈਲਦੇ ਹੋਏ ਦਿਖਾਈ ਦੇ ਰਹੇ ਨੇ। ਵਿਸ਼ਵ ਸਿਹਤ ਸੰਗਠਨ ਦੇ ਦੱਸਣ ਮੁਤਾਬਕ ਹੁਣ ਤੱਕ 3000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਜਾਣਕਾਰੀ ਇਹ ਵੀ ਦਿੱਤੀ ਕਿ ਇਸ ਵਾਇਰਸ ਕਾਰਨ ਇੱਕ ਮੌਤ ਵੀ ਹੁਣ ਤੱਕ ਦਰਜ ਕੀਤੀ ਗਈ ਹੈ। ਹੁਣ ਤੱਕ ਕੁੱਲ 3200 ਮੌਂਕੀਪੌਕਸ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਸ ਮੌਂਕੀਪੌਕਸ ਵਾਇਰਸ ਦਾ ਫੈਲਾਅ ਹੁਣ ਤੱਕ 48 ਦੇਸ਼ਾਂ ਵਿੱਚ ਹੋ ਚੁੱਕਿਆ ਹੈ, ਜਿਸ ਤੋਂ ਕਈ ਆਊਟਬ੍ਰੇਕ ਦਰਜ ਕੀਤੀਆਂ ਜਾ ਚੁੱਕੀਆਂ ਨੇ। ਇਨ੍ਹਾਂ ਮਾਮਲਿਆਂ ਦੀ ਸ਼ੁਰੂਆਤ ਮਈ ਮਹੀਨੇ ਦੌਰਾਨ ਹੋਈ ਸੀ ਤੇ ਹੁਣ ਤੱਕ ਕਈ ਦੇਸ਼ਾਂ ਵਿੱਚ ਇਸ ਦਾ ਫੈਲਾਅ ਦੇਖਿਆ ਜਾ ਚੁੱਕਿਆ ਹੈ। ਹੁਣ ਤੱਕ ਸੈਂਟਰਲ ਅਫਰੀਕਾ ਵਿੱਚ ਇਸ ਨਾਲ ਜੁੜੇ ਹੋਏ 1500 ਦੇ ਕਰੀਬ ਸਸਪੈਕਟਡ ਕੇਸਿਸ ਦੱਸੇ ਗਏ ਨੇ ਤੇ ਸਮੇਂ-ਸਮੇਂ ਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਵਾਇਰਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੱਸ ਦਈਏ ਕਿ ਹੁਣ ਤੱਕ ਕੈਨੇਡਾ, ਅਮਰੀਕਾ ਵਿੱਚ ਵੀ ਇਸ ਨਾਲ ਜੁੜੇ ਹੋਏ ਕਈ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਕਿਊਬੈਕ ਵਿੱਚ ਵੀ ਇਸ ਨਾਲ ਸੰਬੰਧਿਤ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਇਸ ਸੂਬੇ ਵਿੱਚ 184 ਮੌਂਕੀਪੌਕਸ ਮਾਮਲੇ ਦੱਸੇ ਗਏ ਨੇ। ਕੈਨੇਡਾ ਵਿੱਚ ਹੁਣ ਤੱਕ 200 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਕਿਊਬੈਕ ਦੇ ਵਿੱਚ ਹੈਲਥ ਡਿਪਾਰਟਮੈਂਟ ਵੱਲੋਂ 6000 ਤੋਂ ਵੱਧ ਵੈਕਸੀਨ ਵੀ ਲਗਾਈ ਜਾ ਚੁੱਕੀ ਹੈ ਤਾਂ ਕਿ ਆਊਟਬ੍ਰੇਕ ਨੂੰ ਰੋਕਿਆ ਜਾ ਸਕੇ। ਹੁਣ ਇਸ ਬਾਰੇ ਵਿਸ਼ਵ ਸਿਹਤ ਸੰਗਠਨ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। The global outbreak of monkeypox is clearly unusual and concerning. It's for that reason that I have decided to convene the emergency committee under the international health regulations next week to assess whether this outbreak represents a public health emergency of international concern. I think it's now clear that there is unusual situation, meaning even the virus is behaving unusually from how it used to behave in the past. But not only that, it's also affecting more and more countries. And we believe that it needs also some coordinated response because of the geographic spread. Plus, at the same time, having an executive committee would help us to discuss about this issue. These are experts, external experts, to understand the virus better. The declaration of fake may or may not be there, but
We believe that the a meeting of the executive committee, the external experts could expand the understanding and the knowledge we have about this virus. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਵਿੱਚ ਸੁਧਾਰ ਲਿਆਉਣ ਦੀ ਤਿਆਰੀ ਇਮੀਗ੍ਰੇਸ਼ਨ ਮੰਤਰੀ ਨੇ ਦਿੱਤੀ ਜਾਣਕਾਰੀ। ਪ੍ਰਦਰਸ਼ਨ ਦੌਰਾਨ ਪੁਲਿਸ ਦਾ $3 ਮਿਲੀਅਨ ਦਾ ਖਰਚ, ਇੱਕ ਰਿਪੋਰਟ ਤੋਂ ਆਈ ਇਸ ਦੀ ਜਾਣਕਾਰੀ। ਫੋਰਡ ਵੱਲੋਂ ਆਪਣੀ ਨਵੀਂ ਕੈਬਨਿਟ ਦਾ ਐਲਾਨ, ਭਤੀਜੇ ਮਾਈਕਲ ਫੋਰਡ ਨੂੰ ਵੀ ਮਿਲੀ ਮਿਨਿਸਟਰੀ। ਲਾਜ਼ਮੀ ਵੈਕਸੀਨੇਸ਼ਨ ਤੇ ਟਰੂਡੋ ਦੀ ਸਫਾਈ, ਆਪਣੇ ਫੈਸਲੇ ਦਾ ਕੀਤਾ ਬੱਚਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।